ਅੱਛਾ, ਅੱਜ ਦੇ ਲੈਕਚਰ 'ਚ ਆਪਾਂ ਨਾ ਸਿੰਕਰੋਨਸ ਮਸ਼ੀਨ ਦੇ ਵਿੱਚੋਂ ਸਿੰਕਰੋਨਸ ਕੰਡੈਂਸਰ ਦੇ ਨਿਊਮੈਰੀਕਲ ਡਿਸਕਸ ਕਰਾਂਗੇ। ਸਿੰਕਰੋਨਸ ਕੰਡੈਂਸਰ ਆਪਾਂ ਆਲਰੇਡੀ ਪੜ੍ਹਿਆ ਹੀ ਹੈ। ਕੀ ਹੁੰਦਾ? ਸਿੰਕਰੋਨਸ ਮੋਟਰ ਵਿਚ ਇਜ਼ ਓਵਰ ਐਕਸਾਈਟਿਡ ਡਰਾਇੰਗ ਲੀਡਿੰਗ ਕਰੰਟ ਫਰੋਮ ਦ ਲਾਈਨਸ। ਇੱਥੇ ਨਿਊਮੈਰੀਕਲ ਦਾ ਸਟੇਟਮੈਂਟ ਆਪਾਂ ਪੜ੍ਹਦੇ ਹਾਂ। The excitation of a three-phase synchronous motor connected in parallel with a load of 500 kilowatt operating at 0.8 power factor. Lagging is adjusted to improve overall power factor of the system to 0.9 lagging. If the mechanical load on the motor includes losses is 125 kilowatt, calculate the kVA input to the synchronous motor and its power factor. ਕੁਐਸਚਨ ਕੀ ਹੈ ਪਹਿਲਾਂ ਆਪਾਂ ਇਹ ਸਮਝਣਾ। ਸਾਡੇ ਕੋਲੇ ਲੋਡ ਹੈ 500 ਕਿਲੋਵਾਟ ਦਾ। ਇਹ ਕਿਹੜੀ ਪਾਵਰ ਹੈ? ਐਕਟਿਵ ਪਾਵਰ। ਇਹ ਯਾਦ ਰੱਖਣਾ। ਪਾਵਰ ਫੈਕਟਰ ਇਹ 0.8 ਕਿਸ ਚੀਜ਼ ਦਾ? ਲੋਡ ਦਾ। ਆਪਰੇਟਿੰਗ ਐਟ 0.8 ਪਾਵਰ ਫੈਕਟਰ ਲੈਗਿੰਗ ਮਤਲਬ ਇਹ ਲੋਡ ਜਿਹੜਾ ਇਹ ਆਪਰੇਟ ਕਰ ਰਿਹਾ ਇਹਨੇ ਤੇ। ਲੋਡ ਦਾ ਪਾਵਰ ਫੈਕਟਰ 0.8 ਤੋਂ ਬਾਅਦ ਇਸੇ ਲੋਡ ਦੇ ਪੈਰਲਲ 'ਚ ਅਸੀਂ ਕਨੈਕਟ ਕਰ ਦਿੱਤੀ ਇੱਕ ਸਿੰਕਰੋਨਸ ਮੋਟਰ। ਔਰ ਸਿੰਕਰੋਨਸ ਮੋਟਰ ਦੀ ਜਿਹੜੀ ਇਨਪੁਟ ਪਾਵਰ ਹੈ ਇਨਕਲੂਡਿੰਗ ਲਾਸਿਸ ਦਾ ਮਤਲਬ ਹੈ ਇਨਪੁਟ ਪਾਵਰ। ਮਕੈਨੀਕਲ ਲੋਡ ਔਨ ਦਾ ਮੋਟਰ ਇਨਕਲੂਡਿੰਗ ਲਾਸਿਸ ਇਹਦਾ ਮਤਲਬ ਸਮਝ ਲੈਣਾ। ਇਹ ਇਨਪੁਟ ਪਾਵਰ ਟੂ ਮੋਟਰ ਹੈ 125 ਕਿਲੋਵਾਟ। ਐਕਟਿਵ ਪਾਵਰ ਹੈ ਵੀ। ਔਰ KVA ਇਨਪੁਟ ਆਪਾਂ ਨੇ ਫਾਈਂਡ ਆਊਟ ਕਰਨੀ ਹੈ ਮੋਟਰ ਦੀ ਔਰ ਇਸ ਦਾ ਪਾਵਰ ਫੈਕਟਰ ਵੀ ਲੱਭਣਾ ਹੈ ਤਾਂ ਕਿ ਓਵਰਆਲ ਪਾਵਰ ਫੈਕਟਰ ਕਿੰਨਾ ਬਣ ਜਾਏ? 0.9 ਬਣ ਜਾਏ। ਲੋਡ ਦਾ ਪਾਵਰ ਫੈਕਟਰ 0.8 ਹੈ, ਇੰਪਰੂਵ ਕਰਕੇ ਅਸੀਂ 0.9 ਬਣਾਉਣਾ ਹੈ। ਤਾਂ ਮੋਟਰ ਦੀ ਪਾਵਰ ਇਨਪੁਟ ਸਾਨੂੰ ਦੇ ਦਿੱਤੀ ਹੈ ਤੇ ਅਸੀਂ ਲੱਭਣਾ ਇਹ ਹੈ ਵੀ ਮੋਟਰ ਦੀ KVA ਕਿੰਨੀ ਹੋਏਗੀ ਤੇ ਉਹਦਾ ਪਾਵਰ ਫੈਕਟਰ ਕਿੰਨਾ ਹੋਏਗਾ। ਇਟ ਓਕੇ? ਅੱਛਾ, ਇਹਦੇ ਨਾਲ ਹੀ ਇਹ ਵੀ ਸਮਝ ਲਓ ਵੀ KVA ਔਰ ਜਿਹੜੀ ਇਹ ਪਾਵਰ ਆਪਾਂ ਨੂੰ ਦਿੱਤੀ ਹੋਈ ਹੈ ਕਿਲੋਵਾਟ, ਇਹਦਾ ਕੀ ਰਿਲੇਸ਼ਨ ਹੁੰਦਾ ਆਪਸ ਵਿੱਚ ਹੀ ਦੱਸੇਗਾ ਕੋਈ ਤੁਹਾਡੇ ਚੋਂ? ਹਾਂ, ਕੀ ਰਿਲੇਸ਼ਨ ਹੁੰਦਾ ਇਹਨਾਂ ਦਾ KVA ਦਾ ਤੇ ਕਿਲੋਵਾਟ ਦਾ? ਓਕੇ, ਠੀਕ ਹੈ। ਅਪੇਰੈਂਟ ਪਾਵਰ ਹੈ। ਓਕੇ, ਚਲੋ ਇਹਨੂੰ ਹੋਰ ਆਪਾਂ ਸਮਝਦੇ ਹਾਂ ਕਿ ਮੰਨ ਲਓ ਕਿ ਆਹ ਲਾਈਨ ਸਾਡੀ ਐਕਟਿਵ ਪਾਵਰ ਨੂੰ ਸ਼ੋ ਕਰ ਰਹੀ ਹੈ ਕਿਲੋਵਾਟ। ਰਿਐਕਟਿਵ ਪਾਵਰ ਸਾਡੀ ਮੰਨ ਲਓ ਇਹ ਹੋ ਗਈ KVA। ਆਰ ਨਾਲ ਲਿਖਦੇ ਨੇ ਹੈ ਨਾ। ਆਰ ਸਟੈਂਡ ਫॉर ਰਿਐਕਟਿਵ। ਤੇ ਇਹਨਾਂ ਦੋਨਾਂ ਦਾ ਜਿਹੜਾ ਵੈਕਟਰ ਸਮ ਹੈ ਆਹ ਪਾਵਰ ਹੁੰਦੀ ਹੈ KVA। ਠੀਕ ਹੈ। ਇਸ ਐਂਗਲ ਨੂੰ ਜੇ ਆਪਾਂ ਫਾਈ ਕਹਿ ਦਈਏ, ਬੇਸ਼ੱਕ ਨੋਟ ਕਰ ਲਓ ਕਿਧਰੇ ਇਹ, ਆਹ ਐਂਗਲ ਨੂੰ ਜੇ ਫਾਈ ਕਹਿ ਦਈਏ ਤਾਂ KVA ਦੀ ਕੀ ਇਕੁਏਸ਼ਨ ਬਣੀ? ਪਹਿਲਾਂ KVA ਦੀ ਲਿਖੋ। KVA ਇਜ਼ ਇਕੁਅਲ ਟੂ KW होल स्केयर प्लस KVAR ਇਹਦਾ ਵੀ ਸਕੇਅਰ ਫਿਰ ਸਾਰੇ ਦਾ ਸਕੇਅਰ ਰੂਟ। ਇਹ ਫਾਰਮੂਲਾ ਨੋਟ ਕਰ ਲਓ ਇੱਕ ਤਾਂ। ਠੀਕ, ਜਿਹੜੇ ਆਪਾਂ ਯੂਜ਼ ਕਰਨੇ ਆ ਇਸ ਨੂਮੈਰੀਕਲ ਦੇ ਵਿੱਚ KVA ਇਜ਼ ਇਕੁਅਲ ਟੂ KW ਸਕੇਅਰ ਪਲਸ KVAR ਸਕੇਅਰ ਸਕੇਅਰ ਰੂਟ ਮੀਨਸ ਬੇਸ ਦਾ ਸਕੇਅਰ ਪਰਪੈਂਡੀਕੂਲਰ ਦਾ ਸਕੇਅਰ ਇਜ਼ ਇਕੁਅਲ ਟੂ ਹਾਈਪੋਟੇਨਸ। ਇਸ ਤੋਂ ਬਿਨਾ ਹੋਰ ਆਪਾਂ ਕਿਲੋਵਾਟ KVA ਲਈ ਕੀ ਲਿਖ ਸਕਦੇ ਹਾਂ? ਆਹ ਜਿਹੜਾ ਐਂਗਲ ਹੈ ਇਹਨੂੰ ਕਿਵੇਂ ਡਿਫਾਈਨ ਕਰ ਸਕਦੇ ਹਾਂ? ਐਂਗਲ ਜਿਹੜਾ, ਹਾਂ ਐਂਗਲ ਨੂੰ ਕੀ ਕਹਿ ਸਕਦੇ ਹਾਂ? ਇੱਕ ਤਾਂ ਇਹ ਕਹਿ ਸਕਦੇ ਹਾਂ φ ਇਜ਼ ਇਕੁਅਲ ਟੂ
tan इनवर्स KVAR ओवर KW, ठीक है। ये भी नोट कर लो, tan इनवर्स KVAR ओवर KW। ये दूजा फार्मूला हो गया, एक पहला लिखा सी, K हो गया साडा। हुण एक होर फार्मूला लिखो, वो है KVAR किहदे बराबर है। इसे तो हालांकि ड्राइव कर रहे हैं आप, ये KVAR किहदे बराबर है। KVAR इज इक्वल टू KW इंटू tan इनवर्स, सॉरी tan फाई, ठीक है भाई, सही है। ठीक है, tan फाई किहदे बराबर हो गया, KVAR ओवर KW ਤੇ ਜਿਹੜਾ ਪਹਿਲਾਂ ਲਿਖਿਆ ਸੀ ਆਪਾਂ, फाई हो गया tan इनवर्स KVAR ओवर KW। ਉੱਥੋਂ ਆਪਾਂ ਨੇ ਆ ਲਿਖ ਲਿਆ, ਇਹ ਆਪਾਂ ਨੇ ਫਾਰਮੂਲਾ ਮੇਨਲੀ ਯੂਜ਼ ਕਰਨਾ ਇਹਦੇ ਵਿੱਚ। KVAR ਇਜ਼ ਇਕੁਅਲ ਟੂ KW ਇੰਟੂ tan फाई। KW ਆਪਾਂ ਨੂੰ ਦਿੱਤਾ ਹੋਇਆ, KVAR ਤੇ KVA ਆਪਾਂ ਨੇ ਲੱਭਣੇ ਹੁੰਦੇ ਆ। ਜੇ ਓਕੇ, ਤਾਂ ਅਸੀਂ ਇਹ KVAR ਦਾ ਪੂਰਾ ਨਾਮ ਕੀ ਹੈ, ਨੋਟ ਕਰ ਲਓ, ਰਿਐਕਟਿਵ ਪਾਵਰ। KVAR इज रिएक्टिव पावर, रिएक्टिव पावर, ठीक है। ਹੁਣ ਆਪਾਂ ਅੱਗੇ मूव ਕਰਦੇ ਹਾਂ ਆਪਣੇ ਨੂਮੈਰੀਕਲ 'ਚ। ਇਸ ਫਾਰਮੂਲੇ ਨੂੰ ਲਗਾ ਕੇ ਹੀ ਆਪਾਂ ਨੇ ਸਾਰਾ ਇਹ ਨੂਮੈਰੀਕਲ ਸੋਲਵ ਕਰਨਾ ਹੈ। ਅੱਛਾ, ਹੁਣ ਦੇਖੋ, ਇੰਡਸਟਰੀਅਲ ਲੋਡ ਆਪਾਂ ਨੂੰ ਦਿੱਤਾ 500 ਕਿਲੋਵਾਟ, ਠੀਕ ਹੈ। ਪਾਵਰ ਫੈਕਟਰ ਇਹਦਾ ਦਿੱਤਾ ਹੋਇਆ 0.8, ਪਾਵਰ ਫੈਕਟਰ ਇਜ਼ ਗਿਵਨ 0.8 ਲੈਗਿੰਗ, 0.8 ਲੈਗਿੰਗ। ਤਾਂ ਇਹਦੇ ਚੋਂ ਆਪਾਂ ਐਂਗਲ ਫਾਈ ਕੱਢ ਸਕਦੇ ਹਾਂ ਲੋਡ ਦਾ। ਐਂਗਲ ਫਾਈ ਕਿਸ ਤਰ੍ਹਾਂ ਕੱਢਾਂਗੇ, tan ऑफ cos इनवर्स 0.8, ਜਾਂ tan फाई ਕੱਢਣ ਲਈ ਕੀ ਫਾਰਮੂਲਾ ਹੁੰਦਾ ਹੈ, ਪਹਿਲਾਂ फाई ਕੱਢਾਂਗੇ, फाई ਕਿੰਨਾ ਆਏਗਾ, cos इनवर्स 0.8, ਇਹ ਸਾਡਾ फाई ਹੋ ਗਿਆ। tan ਇਹਦੇ ਅੱਗੇ ਲਗਾਤਾ ਤਾਂ tan फाई ਬਣ ਜਾਏਗਾ, ਠੀਕ। ਤੇ ਕਿਹਦਾ ਹੈ tan, ਇਹ ਲੋਡ ਵਾਲੇ ਦਾ, 0.8 ਵਾਲੇ ਦਾ। 0.8 ਦਾ ਜਦੋਂ ਆਪਾਂ cos ਇਨਵਰਸ ਲਵਾਂਗੇ, ਉਹਦਾ ਐਂਗਲ ਆ ਜਾਏਗਾ ਇੰਨੇ ਡਿਗਰੀ, ਉਹਦਾ tan ਲਵਾਂਗੇ ਤਾਂ 0.75 ਆ ਗਿਆ। ਇਜ ਇਟ ਓਕੇ। ਇਹ ਜਿਹੜਾ ਸਟੈਪ ਆਪਾਂ ਕੈਲਕੂਲੇਟਰ ਤੇ ਕਰਨਾ ਹੈ। ਪਾਵਰ ਫੈਕਟਰ ਆਪਾਂ ਨੂੰ ਦਿੱਤਾ ਹੈ 0.8 ਲੈਗਿੰਗ, ਇੱਥੇ ਪਾਵਰ ਫੈਕਟਰ ਦੇ ਮੂਹਰੇ ਇਕੱਲਾ ਹੀ ਲੈਗਿੰਗ ਲਿਖਿਆ, 0.8 ਮਿਸਿੰਗ ਹੈ ਨਾ ਪ੍ਰਿੰਟ ਦੇ ਵਿੱਚ, ਇਸ ਜਗ੍ਹਾ ਤੇ 0.8 ਆਉਣਾ, 0.8 ਲੈਗਿੰਗ, ਠੀਕ। ਤਾਂ ਫਿਰ ਕੈਲਕੂਲੇਟਰ ਤੇ ਅਸੀਂ ਕੀ ਕਰਾਂਗੇ, 0.8 ਦਾ cos ਇਨਵਰਸ ਲੈ ਲਾਂਗੇ, ਫਿਰ ਉਹਦਾ tan ਲੈ ਲਵਾਂਗੇ। ਜਿਹੜਾ ਆਨਸਰ ਆ ਗਿਆ ਤਾਂ ਸਾਡੇ ਕੋਲ ਇਹ tan फाई ਦੀ ਵੈਲਿਊ ਆ ਗਈ। ਕਿਹਦਾ tan फाई ਹੈ, ਲੋਡ ਦਾ। ਰਿਐਕਟਿਵ ਪਾਵਰ ਆਫ ਲੋਡ, ਹੁਣੇ ਆਪਾਂ ਨੇ ਫਾਰਮੂਲਾ ਲਿਖਿਆ ਸੀ KVAR, ਉਹਨੂੰ ਲਿਖਦੇ ਆ ਇੱਥੇ PRL ਦੇ ਨਾਲ, ਰਿਐਕਟਿਵ ਪਾਵਰ ਆਫ ਲੋਡ। ਇਹ ਕੀ ਹੈ ਐਕਚੁਅਲੀ, KVAR ਹੈ, ਦੇਖੋ ਯੂਨਿਟ ਦਾ ਲਾਸਟ 'ਚ KVAR ਆ ਰਿਹਾ। ਇਹਦਾ ਫਾਰਮੂਲਾ ਕੀ ਲਿਖਿਆ ਆਪਾਂ ਨੇ, ਐਕਟਿਵ ਪਾਵਰ ਕਿਲੋਵਾਟ ਇੰਟੂ tan फाई। ਕਿਲੋਵਾਟ ਆਪਣੇ ਹੈਗੇ ਨੇ 500, tan फाई ਇਹ ਹੋ ਗਿਆ, KVAR ਸਾਡੇ ਕੋਲ 375 ਬਣ ਗਏ। ਇਟ ਓਕੇ। ਅੱਛਾ, ਹੁਣ ਅਸੀਂ, ਇਹ ਤਾਂ ਹੋ ਗਿਆ ਲੋਡ ਦਾ। ਲੋਡ ਦੇ ਸਾਡੇ ਕੋਲੇ ਤਿੰਨ ਚੀਜ਼ਾਂ ਹੁਣ ਸਾਨੂੰ ਨੋਨ ਹੋ ਗਈਆਂ। ਐਕਟਿਵ ਪਾਵਰ 500 ਕਿਲੋਵਾਟ, PL ਨਾਲ ਲਿਖਿਆ ਉਹਨੂੰ। ਪਾਵਰ ਫੈਕਟਰ 0.8 ਸਾਡੇ ਕੋਲ ਹੈਗਾ ਹੀ ਹੈ। tan ਆਫ फाई ਅਸੀਂ ਕੈਲਕੂਲੇਟ ਕਰ ਲਿਆ 0.75, ਤੇ ਰਿਐਕਟਿਵ ਪਾਵਰ ਅਸੀਂ ਕੱਢ ਲਈ, ਐਕਟਿਵ ਪਾਵਰ ਇੰਟੂ tan ਆਫ फाई 375 KVAR। ਹੁਣ ਆਪਾਂ ਨੇ ਚੱਲੇ ਆ ਮੋਟਰ ਵਾਲੀ ਸਾਈਡ ਤੇ। ਮੋਟਰ ਦਾ ਲੋਡ ਟੋਟਲ ਕਿੰਨਾ ਹੈ, ਇਨਪੁਟ ਪਾਵਰ 125 ਕਿਲੋਵਾਟ। ਇਹ ਲੌਸਸ ਵਿੱਚ ਇਨਕਲੂਡਡ ਨੇ, ਮਤਲਬ ਇਹ ਆਊਟਪੁੱਟ ਨਹੀਂ ਹੈ ਮੋਟਰ ਦਾ, ਇਨਪੁਟ ਪਾਵਰ ਹੈ। ਐਕਟਿਵ ਪਾਵਰ ਟੋਟਲ ਸਾਡੇ ਕੋਲੇ ਕਿੰਨੀ ਹੋ ਗਈ, ਹੁਣ ਫਿਰ ਦੋ ਚੀਜ਼ਾਂ ਲੱਗੀਆਂ ਹੋਈਆਂ ਨੇ ਲਾਈਨਾਂ ਦੇ ਨਾਲ, ਇੱਕ ਤਾਂ ਲੋਡ ਲਗਾਇਆ ਅਸੀਂ, ਇੱਕ ਅਸੀਂ ਲਗਾਤੀ ਮੋਟਰ। ਦੋਨਾਂ ਦੀ ਐਕਟਿਵ ਪਾਵਰ ਨੂੰ ਐਡ ਕਰ ਲਾਂਗੇ।
500 + 125 625 किलोवाट टोटल साडे कोले एक्टिव पावर हो गई। ਤੇ ਪਾਵਰ ਫੈਕਟਰ ਆਫ ਟੋਟਲ ਲੋਡ ਸਾਨੂੰ ਗਿਵਨ ਹੈ ਕਿੰਨਾ ਕਰਨਾ ਅਸੀਂ ਇੰਪਰੂਵ ਕਰਕੇ 0.9 ਠੀਕ। ਤੇ ਇਹਦਾ ਵੀ tan φ ਕੱਢ ਲੈਣਾ, ਇਹਦਾ ਵੀ tan φ ਕੱਢ ਲੈਣਾ। ਉਦਾਂ ਜਿੰਦਾ cos 0.8 ਦਾ ਕੀਤਾ ਸੀ, ਇੱਥੇ 0.9 ਦਾ cos ਇਨਵਰਸ ਕਰਕੇ ਫਿਰ ਉਹਦਾ tan ਦੇਖ ਲਾਂਗੇ ਕੈਲਕੂਲੇਟਰ ਤੇ, ਇਹ ਵੈਲਿਊ ਆ ਗਈ। ਠੀਕ ਹੈ, ਤੇ ਟੋਟਲ ਇੱਥੋਂ ਅਸੀਂ ਕੱਢ ਸਕਦੇ ਹਾਂ ਵੀ ਟੋਟਲ ਰਿਐਕਟਿਵ ਪਾਵਰ ਮੋਟਰ ਤੇ ਲੋਡ ਦੀ ਮਿਲਾ ਕੇ ਕਿੰਨੀ ਹੈ, ਕਿੰਨੀ ਆ ਗਈ। ਟੋਟਲ ਪਾਵਰ ਦਾ ਲੋਡ ਪੀ ਲੈ ਲਵਾਂਗੇ, ਆ ਵਾਲੀ ਪੀ, ਤੇ ਇਹਨੂੰ tan φ ਨਾਲ ਮਲਟੀਪਲਾਈ ਕਰ ਦਾਂਗੇ, ਟੋਟਲ ਆ ਗਈ ਸਾਡੀ ਰਿਐਕਟਿਵ ਪਾਵਰ। ਇਹਦੇ ਵਿੱਚ ਕਿਹੜੇ ਕਿਹੜੇ ਪਾਵਰਸ ਨੇ ਰਿਐਕਟਿਵ, ਮੋਟਰ ਦੀ ਵੀ ਹੈ, ਲੋਡ ਦੀ ਵੀ। ਤਾਂ P × tan φ ਕਰਕੇ 625 ਆਪਣੇ ਕੋਲੇ ਟੋਟਲ ਸੀਗਾ, ਤੇ 0.4843 ਸਾਡੇ ਕੋਲ tan φ ਆਇਆ ਓਵਰਆਲ। ਤਾਂ ਇਹ ਸਾਡਾ ਪਾਵਰ ਆ ਗਈ ਰਿਐਕਟਿਵ ਪਾਵਰ 302.7 kVAR। ਠੀਕ ਹੈ, ਸਟੈਪ ਸਮਝ ਆ ਗਿਆ। ਹੈਲੋ, ਅੱਛਾ, ਇਹਨੂੰ ਆਪਾਂ ਡਾਇਗਰਾਮ ਤੇ ਵੀ ਥੋੜਾ ਜਿਹਾ ਬਣਾ ਕੇ ਦੇਖ ਲੈਂਦੇ ਹਾਂ ਬੇਸ਼ੱਕ। ਆ ਸਾਡੇ ਕੋਲ ਹੈਗੀ ਹੈ ਲੋਡ ਦੀ ਪਾਵਰ ਐਕਟਿਵ PL, ਇੱਥੋਂ ਤੇ ਇੱਥੇ ਤੱਕ ਇਹ ਹੈਗੀ ਹੈ ਮੋਟਰ ਦੀ ਐਕਟਿਵ ਪਾਵਰ। ਇਹ ਹੋ ਗਈ ਸਾਡੀ PM। ਤੇ ਲੋਡ ਦੀ ਰਿਐਕਟਿਵ ਪਾਵਰ ਆਪਾਂ ਨੀਚੇ ਨੂੰ ਲੈਣੇ ਹੁੰਦੇ ਆ। ਆਹ ਰਿਐਕਟਿਵ ਪਾਵਰ ਹੈ ਸਾਡੇ ਕੋਲ ਜਿਹੜੀ, ਇਹ ਹੈਗੀ ਹੈ ਜਿਹੜੀ ਆਪਾਂ ਕੈਲਕੂਲੇਟ ਕੀਤੀ ਸੀ 375। ਠੀਕ ਹੈ, ਓਵਰਆਲ ਪਾਵਰ ਫੈਕਟਰ ਆ ਇਸ ਐਂਗਲ ਦਾ ਸੀਗਾ 0.8, ਹੁਣ ਅਸੀਂ ਘਟਾ ਕੇ ਇਹਨੂੰ ਕਰਤਾ 0.9, ਆਹ ਐਂਗਲ ਹੋ ਗਿਆ ਦੂਜਾ ਸਾਡਾ 0.9 ਵਾਲਾ। ਤਾਂ ਆਹ ਟੋਟਲ ਸਾਡੇ ਕੋਲੇ ਰਿਐਕਟਿਵ ਆਹ ਟੋਟਲ ਆ ਗਈ 302.7 ਵਾਲੀ, ਆਹ ਆ ਗਈ। ਠੀਕ ਹੈ, ਤਾਂ ਸਾਡੇ ਕੋਲੇ ਐਕਟਿਵ ਪਾਵਰ ਹੁਣ ਹੈ ਲੋਡ ਦੀ 375, ਪਰ ਅਸੀਂ ਰਿਡਿਊਸ ਕਰਕੇ ਕਿੰਨੀ ਕਰਨੀ ਹੈ 302.7, ਇੰਨੀ ਬਣਾਉਣੀ ਹੈ। ਤਾਂ ਜਿਹੜਾ ਡਿਫਰੈਂਸ ਆ ਉਹ ਕਿੱਥੇ ਜਾਏਗਾ, ਉਹ ਮੋਟਰ ਸਪਲਾਈ ਕਰੇਗੀ ਇੱਥੇ ਉੱਪਰ ਨੂੰ। ਆ ਮੋਟਰ ਦੀ KVAR ਆਏਗੀ, PR ਮੋਟਰ ਆਏਗੀ, ਇੰਨੇ ਇਹ ਡਿਫਰੈਂਸ ਆਏਗਾ ਦੋਨਾਂ ਦਾ, 302 ਦਾ ਤੇ 375 ਦਾ, ਇਹ ਪਾਵਰ ਆਏਗੀ। ਤਾਂ ਮੋਟਰ ਦੀ ਐਕਟਿਵ ਪਾਵਰ ਆਪਾਂ ਨੂੰ 125 ਪਤਾ ਹੈ, ਜੇ ਰਿਐਕਟਿਵ ਵੀ ਪਤਾ ਲੱਗ ਜੇ ਆਪਾਂ ਪਾਵਰ ਫੈਕਟਰ ਕੱਢ ਲਾਂਗੇ ਇਹਦਾ। ਠੀਕ ਹੈ, ਫਾਰਮੂਲਾ ਆਪਾਂ ਨੇ ਲਿਖਿਆ ਹੀ ਹੈ ਪਾਵਰ ਫੈਕਟਰ ਲਈ, ਆਹ ਐਂਗਲ ਕੱਢ ਲਾਂਗੇ, ਇਸ ਜਗ੍ਹਾ ਤੇ ਜਿਹੜਾ ਐਂਗਲ ਬਣ ਰਿਹਾ ਇਹ ਕੱਢ ਲਾਂਗੇ। ਤੇ KVA ਮੋਟਰ ਦੀ ਜਦੋਂ ਕੱਢਣੀ ਹੈ ਤਾਂ ਇਹਦੀ ਐਕਟਿਵ ਪਾਵਰ ਦਾ ਸਕੁਅਰ, ਰਿਐਕਟਿਵ ਦਾ ਸਕੁਅਰ, ਸਕੁਅਰ ਰੂਟ ਕਰਾਂਗੇ ਤਾਂ ਆਹ ਸਾਡੀ KVA ਆ ਜਾਏਗੀ ਮੋਟਰ ਦੀ। ਇਟ ਓਕੇ। ਚਲੋ ਹੁਣ ਇਹਨੂੰ ਆਪਾਂ ਸੋਲਵ ਕਰਕੇ ਅਗਲੇ ਪੇਜ ਤੇ ਦੇਖਦੇ ਹਾਂ ਇਹਨੂੰ ਸੋਲੂਸ਼ਨ ਇਸ ਦਾ। ਇਹ ਸਮਝ ਲੈਣਾ ਡਾਇਗਰਾਮ ਤੋਂ, ਜਿਹੜੀ ਆਪਾਂ ਕੱਲ ਬਣਾਈ ਸੀ ਨਾ ਉਹਦੇ ਨਾਲ ਹੀ ਕਨੈਕਟਡ ਨਿਊਮੈਰੀਕਲ ਹੈ। ਅੱਛਾ ਜੀ, ਇੱਥੇ ਆ ਗਏ ਹੁਣ ਆਪਾਂ ਨੇ ਰਿਐਕਟਿਵ ਪਾਵਰ ਆਫ ਮੋਟਰ। ਰਿਐਕਟਿਵ ਪਾਵਰ ਆਫ ਮੋਟਰ ਲੱਭਣ ਲਈ ਅਸੀਂ ਕੀ ਕੀਤਾ, ਟੋਟਲ ਰਿਐਕਟਿਵ ਪਾਵਰ ਚੋਂ ਲੋਡ ਦੀ ਰਿਐਕਟਿਵ ਪਾਵਰ ਮਾਈਨਸ ਕਰਤੀ। ਟੋਟਲ ਸਾਨੂੰ ਚਾਹੀਦੀ ਹੈ 302.7, ਮੋਟਰ ਵਾਲੀ ਸਾਡੀ ਹੋ ਗਈ 3, ਲੋਡ ਵਾਲੀ 375 ਹੈ। ਜਦੋਂ ਮਾਈਨਸ ਕੀਤਾ -72.3 kVAR ਆ। ਇਹ -72.3 kVAR ਕਿਹਨੇ ਦੇਣੇ ਨੇ, ਮੋਟਰ ਨੇ। ਠੀਕ ਹੈ, ਇਹ ਮੋਟਰ ਦੇ ਨੇ। ਮਾਈਨਸ ਕਿਉਂ ਨੇ, ਕਿਉਂਕਿ ਇਹ ਕਪੈਸਿਟਿਵ ਨੇ। ਠੀਕ, ਕਿਉਂਕਿ ਇਹ ਕਪੈਸਿਟਿਵ ਨੇ। ਤਾਂ ਹੁਣ ਇਹ KVAR ਮੋਟਰ ਦੇ ਆ ਗਏ ਸਾਡੇ ਕੋਲੇ। ਇੱਥੇ 72.3 ਪਲੱਸ ਹੀ ਲਿਆ, ਕਿਉਂਕਿ ਜਦੋਂ ਸਕੁਅਰ ਕਰਨਾ ਜੇ ਮਾਈਨਸ ਵੀ ਲੈ ਲਾਂਗੇ ਤਾਂ ਸਕੁਅਰ ਪਲੱਸ ਹੀ ਆ ਜਾਂਦਾ ਹੁੰਦਾ। ਐਕਟਿਵ ਪਾਵਰ ਦਾ ਸਕੁਅਰ 125 ਦਾ ਤੇ 72.3 ਦਾ ਸਕੁਅਰ ਕਰਕੇ ਸਕੁਅਰ ਰੂਟ ਲਿਆ। ਇਹ ਮੋਟਰ ਦੀ ਸਾਡੇ ਕੋਲੇ KVA ਆ ਗਈ 144.4 KVA। ਕੋਈ ਮੁਸ਼ਕਲ ਤਾਂ ਨਹੀਂ ਲੱਗ ਰਹੀ ਗੱਲ, ਹੈ ਤਾਂ ਸਿੰਪਲ ਹੀ ਹੈ ਇਹ, ਸਮਝ ਲੈਣਾ, ਪਰ ਹੁਣ ਦਿਮਾਗ 'ਚ ਬਿਠਾ ਲੈਣਾ ਕੱਢਣੀ ਕਿੱਦਾਂ ਹੈ। ਇਸੇ ਤਰ੍ਹਾਂ ਦੇ ਨਾਲ ਆਪਾਂ ਇਹਦਾ ਪਾਵਰ ਫੈਕਟਰ ਕੱਢ ਲੈਂਦੇ ਹਾਂ। ਇੱਥੇ ਸੋਲੂਸ਼ਨ ਨਹੀਂ ਕੀਤਾ ਹੋਇਆ, ਤੁਸੀਂ ਲਿਖੋ ਪਾਵਰ ਫੈਕਟਰ ਲਈ। ਪਾਵਰ ਫੈਕਟਰ ਲਿਖੋ cos φm, ਪਾਵਰ ਫੈਕਟਰ ਆਫ ਮੋਟਰ, ਸਿੰਕਰੋਨਸ मोटर cos φm लिखो इज इक्वल टू P
एम मतलब एक्टिव पावर ऑफ मोटर डिवाइडेड बाई PAM अपेरेंट पावर ऑफ मोटर। एक मिनट मैं लिख देना। ਆਪਾਂ ਨੇ ਕੱਢਣਾ ਪਾਵਰ ਫੈਕਟਰ ਮੋਟਰ ਦਾ ਦਿੱਤਾ ਸੀ ਨਾ ਕੁਐਸਚਨ ਜਿੱਥੇ ਸੋਲਵ ਨਹੀਂ ਕੀਤਾ cos phi m is equal to PRM means reactive power of motor. PRM means reactive power of motor divide by PAM. AM stands for apparent power of motor. apparent power ਇਹ ਆਪਾਂ ਦੋਨੋਂ ਕੈਲਕੂਲੇਟ ਕੀਤੇ ਹੋਏ ਨੇ। ਰਿਐਕਟਿਵ ਪਾਵਰ ਮੋਟਰ ਦੀ 72.3 kVAR ਆਪਾਂ ਨੇ ਕੱਢੀ ਹੈ, ਠੀਕ ਹੈ। ਅਪੇਰੈਂਟ ਪਾਵਰ 144.4 ਕੱਢੀ ਹੈ, ਤਾਂ ਇੱਥੇ ਲਿਖ ਦਾਂਗੇ 72.3 ਡਿਵਾਈਡ ਬਾਈ ਮਾਈਨਸ ਸਾਈਨ ਮੂਹਰੇ ਰੱਖ ਲੈਣਾ, ਉਹਦੇ ਨਾਲ ਲੀਡਿੰਗ ਆ ਜਾਏਗਾ ਪਾਵਰ ਫੈਕਟਰ, ਡਿਵਾਈਡ ਬਾਈ PAM ਦੀ ਜਗ੍ਹਾ ਤੇ ਲਿਖ ਦਾਂਗੇ 144.4, ਰਾਈਟ। ਇਹਨੂੰ ਡਿਵਾਈਡ ਕਰ ਲਾਂਗੇ ਕੈਲਕੂਲੇਟਰ ਨਾਲ, ਜਿੰਨਾ ਆਨਸਰ ਆ ਗਿਆ ਉਹ ਪਾਵਰ ਫੈਕਟਰ ਆ ਗਿਆ ਮੋਟਰ ਦਾ। ਮਾਈਨਸ ਸਾਈਨ ਨੂੰ ਕਿੱਥੇ ਪਾਵਾਂਗੇ ਆਪਾਂ, ਲੀਡਿੰਗ ਲਿਖ ਦਿਆਂਗੇ। ਜੇ cos phi m ਨੈਗੇਟਿਵ ਆ ਰਿਹਾ ਤਾਂ ਮਤਲਬ ਉਹਨੂੰ ਕੀ ਲਿਖਣਾ ਸੀ, ਨੈਗੇਟਿਵ ਸਾਈਨ ਇਜ਼ ਯੂਜ਼ਡ ਫॉर ਕੈਪੈਸਿਟਿਵ ਲੋਡ, ਲੀਡਿੰਗ ਪਾਵਰ ਫੈਕਟਰ। ਤੇ ਪੋਜ਼ਿਟਿਵ ਆ ਜਾਵੇ ਫਿਰ ਕੀ ਲਿਖਾਂਗੇ, ਲੈਗਿੰਗ, ਠੀਕ ਹੈ। ਸੋਲਵ ਕਰਕੇ ਦੱਸੋਗੇ ਕਿੰਨਾ ਪਾਵਰ ਫੈਕਟਰ ਆਇਆ ਮੈਨੂੰ। ਪਾਵਰ ਫੈਕਟਰ ਕਿੰਨਾ ਆ ਗਿਆ, ਸੋਲੂਸ਼ਨ ਕੱਢ ਕੇ ਦੱਸੋ, ਸ਼ਾਬਾਸ਼। ਕੋਈ ਕਰ ਰਿਹਾ ਸੋਲਵ ਕੋਈ। ਕਿੰਨਾ ਆ ਗਿਆ, ਦੋ ਵੈਲਿਊਜ਼ ਨੂੰ ਡਿਵਾਈਡ ਹੀ ਕਰਨਾ ਹੈ, ਕਿੰਨਾ ਕੁ ਟਾਈਮ ਲਗਾਓਗੇ ਬਈ। ਹੈਲੋ, ਕਿੰਨਾ ਆਨਸਰ ਆਇਆ ਬੋਲੋ ਭਾਈ। ਸੈਵਨਟੀ 2.3 ਨੂੰ ਆਪਾਂ ਨੇ ਡਿਵਾਈਡ ਕਰਨਾ 144.4 ਤੇ, ਸਿੰਪਲ ਜਿਹਾ ਤਾਂ ਕੰਮ ਹੈ। 72.3 ਡਿਵਾਈਡ ਬਾਈ 144 ਅਪਰੋਕਸੀਮੇਟਲੀ 0.5 ਦੇ ਨੇੜੇ ਤੇੜੇ ਆ ਜਾਊਗਾ ਇਹ। बस बस इतना आ गया, ठीक है। पॉइंट पावर लिखो फिर, पावर फैक्टर ऑफ मोटर 0.502 जो भी आ रहा है, लीडिंग ਲੀਡਿੰਗ, ਓਕੇ। ਤਾਂ ਹੁਣ ਆਪਾਂ ਇਹ ਤੋਂ ਅਗਲਾ ਨੁਮੈਰੀਕਲ ਕਰਦੇ ਹਾਂ। ਉਹਦੇ ਵਿੱਚ ਕਈ ਸਾਰੇ ਲੋਡ ਦਿੱਤੇ ਆ। ਪਹਿਲਾਂ ਤਾਂ 500 ਕਿਲੋਵਾਟ ਦਾ ਇੱਕੋ ਲੋਡ ਸੀ ਨਾ, ਇੱਥੇ ਇਲੈਕਟ੍ਰੀਕਲ ਲੋਡ ਜਿਹੜੇ ਕਨੈਕਟ ਕੀਤੇ ਹੋਏ ਨੇ, ਇੱਕ 500 ਕਿਲੋਵਾਟ ਦਾ ਲਾਈਟਿੰਗ ਲੋਡ ਹੈ। ਲਾਈਟਿੰਗ ਲੋਡ ਦਾ ਪਾਵਰ ਫੈਕਟਰ ਕਿੰਨਾ ਲੈਣਾ ਹੈ, ਯੂਨਿਟੀ, ਨੋਟ ਕਰ ਲਓ ਇਹ, ਕਿਤੇ ਵੀ ਲਾਈਟਿੰਗ ਲੋਡ ਦਿੱਤਾ ਹੋਵੇ ਉਹਦਾ ਪਾਵਰ ਫੈਕਟਰ ਕਿੰਨਾ ਕੰਸੀਡਰ ਕਰਨਾ, ਜੇ ਨਹੀਂ ਦਿੱਤਾ ਯੂਨਿਟੀ, ਠੀਕ ਹੈ। ਇੱਕ ਲੋਡ 400 ਕਿਲੋਵਾਟ ਦਾ ਲਾਇਆ 0.707 ਲੈਗਿੰਗ ਪਾਵਰ ਫੈਕਟਰ ਤੇ ਹੈ। ਇੱਕ ਲੋਡ 800 ਕਿਲੋਵਾਟ ਦਾ, ਇਹਦਾ ਪਾਵਰ ਫੈਕਟਰ 0.8 ਲੀਡਿੰਗ ਹੈ, ਠੀਕ। ਇੱਕ ਲੋਡ ਲੱਗਿਆ 500 ਕਿਲੋਵਾਟ ਦਾ ਹੋਰ, ਉਹਦਾ 0.6 ਪਾਵਰ ਫੈਕਟਰ ਲੈਗਿੰਗ ਹੈ, ਰਾਈਟ। ਤੇ ਇੱਕ 5ਵੇਂ ਨੰਬਰ ਤੇ ਸਿੰਕਰੋਨਸ ਮੋਟਰ ਵੀ ਲਾਈ ਹੋਈ ਹੈ, ਜਿਹੜੀ ਇੱਕ ਲੋਡ ਲੈ ਰਹੀ ਹੈ ਮਕੈਨੀਕਲ 540 ਕਿਲੋਵਾਟ, ਇਹਦਾ ਆਊਟਪੁੱਟ ਪਾਵਰ ਹੈ। ਡਰਾਈਵਿੰਗ ਇਹ 540 ਕਿਲੋਵਾਟ ਦਾ ਮਤਲਬ ਇਹਦਾ ਆਊਟਪੁੱਟ ਪਾਵਰ ਹੈ। ਇੱਕ ਜਨਰੇਟਰ ਨੂੰ ਡਰਾਈਵ ਕਰ ਰਹੀ ਹੈ, ਜਨਰੇਟਰ ਦੀ ਇਨਪੁੱਟ ਕਿੰਨੀ ਹੈ, 540 ਕਿਲੋਵਾਟ, ਤੇ ਇਸ ਸਿੰਕਰੋਨਸ ਮੋਟਰ ਦੀ ਹੋ ਗਈ ਉਹ ਆਊਟਪੁੱਟ। ਤੇ ਉਹ ਐਫੀਸ਼ੀਐਂਸੀ ਦਿੱਤੀ ਹੈ 90%। ਇੱਥੋਂ ਆਪਾਂ ਮੋਟਰ ਦੀ ਇਨਪੁੱਟ ਪਾਵਰ ਕੱਢ ਲਾਂਗੇ, ਪਿਛਲੇ ਅਮਰੀਕਾ 'ਚ ਦਿੱਤੀ ਹੋਈ ਸੀ 125 ਸਿੱਧੀ ਹੋਈ, ਇਨਕਲੂਡਿੰਗ ਲਾਸਿਸ। ਇੱਥੇ ਲਾਸ ਨਹੀਂ ਦਿੱਤੇ, ਇੱਥੇ ਆਊਟਪੁੱਟ ਦੇਤਾ, ਐਫੀਸ਼ੀਐਂਸੀ ਦੇਤੀ, ਇਨਪੁੱਟ ਆਪਾਂ ਕੱਢ ਲਾਂਗੇ। ਡਿਟਰਮਿਨ ਕੀ ਕਰਨਾ ਹੈ,
ਕਿ ਸਾਰੀ ਜਿਹੜੀ ਕੰਬੀਨੇਸ਼ਨ ਹੁਣ ਤੱਕ ਦੀ ਬਣ ਗਈ, 5 ਚੀਜ਼ਾਂ ਜਿਹੜੀਆਂ ਲਗਾ ਲੀਆਂ, ਇਹਦਾ ਓਵਰਆਲ ਪਾਵਰ ਫੈਕਟਰ ਕੀ ਹੋਏਗਾ। ਠੀਕ ਹੈ, ਸੌਰੀ, ਅਸੀਂ ਕੱਢਣਾ ਹੈ ਪਾਵਰ ਫੈਕਟਰ ਸਿੰਕਰੋਨਸ ਮੋਟਰ ਦਾ ਕਿੰਨਾ ਰੱਖੀਏ ਕਿ ਓਵਰਆਲ ਪਾਵਰ ਫੈਕਟਰ ਯੂਨਿਟੀ ਬਣ ਜੇ। ਸਾਰੇ ਕਾਸੇ ਦਾ ਪੰਜਾਂ ਦਾ ਮਿਲਾ ਕੇ ਪਾਵਰ ਫੈਕਟਰ ਸਾਡਾ ਯੂਨਿਟੀ ਬਣ ਜਾਏ। ਮੋਟਰ ਦਾ ਪਾਵਰ ਫੈਕਟਰ ਅਸੀਂ ਕਿੰਨਾ ਰੱਖੀਏ, ਇਹ ਕੁਐਸਚਨ ਹੈ ਜੀ। ਓਕੇ, तो ਜਿੱਥੇ ਇੱਕ ਤੋਂ ਜ਼ਿਆਦਾ ਲੋਡ ਸਾਡੇ ਕੋਲੇ ਆ ਜਾਣ ਤਾਂ ਇਹਦੇ ਲਈ ਇੱਕ ਅਲੱਗ ਤਰੀਕਾ ਹੁੰਦਾ ਹੈ। ਇਹਦੇ ਲਈ ਅਸੀਂ ਟੇਬਲ ਬਣਾ ਲੈਂਦੇ ਹੁੰਦੇ ਹਾਂ ਨਾ ਸਾਰੀਆਂ ਚੀਜ਼ਾਂ ਦਾ ਸੌਖਾ ਕਰਨ ਲਈ। ਜਿੰਨੇ ਵੀ ਇਹ ਲੋਡ ਨੇ ਇਹ ਸਾਰੇ ਲਿਖ ਲਏ। ਨੰਬਰ 1 ਤੇ 500 ਕਿਲੋਵਾਟ ਦਾ ਲੋਡ ਸੀਗਾ ਆਪਣਾ, ਯੂਨਿਟੀ ਪਾਵਰ ਫੈਕਟਰ ਤੇ ਪਾਵਰ ਫੈਕਟਰ ਸਾਹਮਣੇ ਲਿਖ ਲਿਆ। 400 ਦਾ 0.707 ਲੈਗਿੰਗ ਹੈ, 800 ਦਾ 0.8 ਲੀਡਿੰਗ ਪਾਵਰ ਫੈਕਟਰ ਹੈ। ਫਿਰ 500 ਦਾ ਚੌਥੇ ਨੰਬਰ ਵਾਲਾ ਲੋਡ ਹੈ ਜਿਹੜਾ ਉਹ 500 ਕਿਲੋਵਾਟ ਦਾ 0.6 ਲੈਗਿੰਗ ਪਾਵਰ ਫੈਕਟਰ। ਇਹ ਐਜ ਇਟ ਇਜ਼ ਡਾਟਾ ਆਪਾਂ ਇਹਨਾਂ ਵੈਲਿਊਜ਼ ਤੋਂ ਲਿਖ ਲਿਆ। ਠੀਕ ਹੈ, ਕੋਈ ਦਿੱਕਤ ਤਾਂ ਨਹੀਂ ਲੱਗ ਰਹੀ ਇਹਦੇ 'ਚ। ਜਿੰਨੇ ਵੀ ਲੋਡ ਦਿੱਤੇ ਹੋਣ ਉਹ ਸਾਰੇ ਇਸ ਫਾਰਮ 'ਚ ਲਿਖ ਲੈਣੇ। ਹੁਣ ਅਸੀਂ ਅਗਲਾ ਸਟੈਪ ਕੀ ਕਰਨਾ। ਅਗਲਾ ਸਟੈਪ ਆਪਾਂ ਨੇ ਲਿਖਣਾ tan phi ਦਾ ਕਾਲਮ ਇੱਕ। 1 ਦਾ ਜਦੋਂ tan ਕੱਢਾਂਗੇ ਇਹ 0 ਆ ਜਾਏਗਾ। ਠੀਕ ਹੈ, ਇਹ ਕੈਲਕੂਲੇਟਰ ਦਾ ਕੰਮ ਹੈ ਹੁਣ ਤੁਹਾਡਾ, ਉਹਦੇ 'ਚ ਮਾਸਟਰੀ ਕਰਨੀ ਹੈ। ਜਦੋਂ 0.707 ਲੈਗਿੰਗ ਦਾ tan ਕੱਢਾਂਗੇ 1 ਆ ਜਾਏਗਾ, ਕਿਉਂਕਿ 0.707 ਕਿੰਨੇ ਐਂਗਲ ਦਾ ਹੁੰਦਾ ਹੈ, cos 45 ਦਾ। ਸਾਈਨ ਵੀ 0.707 ਹੁੰਦਾ ਹੈ, ਸਾਈਨ ਓਵਰ cos ਕਰਾਂਗੇ ਤਾਂ 1 ਆ ਜਾਏਗਾ। ਇਸੇ ਤਰ੍ਹਾਂ 0.8 ਲੀਡਿੰਗ ਹੈ ਤਾਂ ਇਹਦਾ 0.75 ਆਊਗਾ, ਬਟ ਨੈਗੇਟਿਵ ਆਊਗਾ, ਯਾਦ ਰੱਖਣਾ। ਲੀਡਿੰਗ ਲਈ ਆਪਾਂ ਨੇ tan phi ਨੂੰ ਨੈਗੇਟਿਵ ਲਗਾਉਣਾ। ਓਕੇ, ਇਹ ਚੀਜ਼ ਯਾਦ ਰੱਖਣੀ ਹੈ ਖੁਦ। ਤੇ 0.6 ਦਾ ਇਸੇ ਤਰ੍ਹਾਂ ਹੀ tan ਕੱਢਾਂਗੇ 1.33। ਇਹ ਕੰਮ ਆਪਾਂ ਨੇ ਕੈਲਕੂਲੇਟਰ ਤੇ ਆਹ ਕਾਲਮ ਜਿਹੜਾ ਕੰਪਲੀਟ ਕਰ ਲੈਣਾ। ਠੀਕ ਹੈ, ਕਲੀਅਰ ਹੈ, ਅੱਗੇ ਚੱਲੀਏ। ਤਾਂ ਲੋਡ ਹੁਣ ਤੁਹਾਡੇ ਕੋਲ ਕੁਐਸਚਨ ਕੀ ਹੋਊਗਾ, ਆਹ ਲੋਡ ਡਿਫਰੈਂਟ ਹੋ ਸਕਦੇ ਨੇ, ਹੈ ਨਾ। ਜੇ ਇੱਕ ਲੋਡ ਸੀ ਪਿਛਲੀ ਵਾਰੀ ਆਪਣਾ 500 ਵਾਲਾ, ਉਹਦਾ ਵੀ ਆਪਾਂ ਨੇ ਇਹੀ ਕੁਝ ਕੈਲਕੂਲੇਟ ਕੀਤਾ ਸੀ, ਹੁਣ 4 ਦਾ ਕਰ ਲਿਆ, ਹੋਰ ਤਾਂ ਕੋਈ ਫਰਕ ਨਹੀਂ ਪਿਆ। ਲੋਡ 2 ਹੋ ਸਕਦੇ ਆ, 5 ਹੋ ਸਕਦੇ, 4 ਹੋ ਸਕਦੇ, 3 ਹੋ ਸਕਦੇ, ਜਿੰਨੇ ਵੀ ਹੈ ਇਸੇ ਤਰ੍ਹਾਂ ਸੀਰੀਅਲ ਵਾਈਜ਼ ਲਿਖ ਲੈਣੇ ਨੇ। ਉਹਨਾਂ ਦਾ ਕਿਲੋਵਾਟ ਪਾਵਰ ਲਿਖ ਲਈ, ਪਾਵਰ ਫੈਕਟਰ ਲਿਖ ਲਿਆ, ਫਿਰ ਉਹਨਾਂ ਦਾ tan phi ਕੱਢ ਲਿਆ। ਫਿਰ ਕੀ ਕਰਨਾ ਆਪਾਂ ਨੇ, ਰਿਐਕਟਿਵ ਪਾਵਰ ਕੱਢਣੀ ਹੈ। ਫਾਰਮੂਲਾ ਕੀ ਹੁੰਦਾ, ਰਿਐਕਟਿਵ ਪਾਵਰ ਇਜ਼ ਇਕੁਅਲ ਟੂ ਐਕਟਿਵ ਪਾਵਰ ਇਨਟੂ tan phi। ਤਾਂ ਪਹਿਲੇ ਕਾਲਮ ਨੂੰ ਦੂਜੇ ਦੇ ਨਾਲ, ਸੌਰੀ ਤੀਜੇ ਦੇ ਨਾਲ ਮਲਟੀਪਲਾਈ ਕਰਕੇ ਲਿਖੀ ਜਾ। 500 ਨੂੰ 0 ਨਾਲ ਮਲਟੀਪਲਾਈ ਕੀਤਾ, ਆਨਸਰ ਆ ਗਿਆ 0। 400 ਨੂੰ 1 ਨਾਲ ਮਲਟੀਪਲਾਈ ਕੀਤਾ, ਆ ਗਿਆ 400 kVAR। ਇਸੇ ਤਰ੍ਹਾਂ 800 ਨੂੰ ਮਲਟੀਪਲਾਈ ਕੀਤਾ 0.7 ਨੈਗੇਟਿਵ ਦੇ ਨਾਲ, -600 ਆ ਗਿਆ। ਫਸਟ ਤੇ ਥਰਡ ਕਾਲਮ ਦੀ ਮਲਟੀਪਲੀਕੇਸ਼ਨ ਕਰ ਰਹੇ ਹਾਂ ਆਪਾਂ। 500 ਨੂੰ 1.33 ਨਾਲ ਮਲਟੀਪਲਾਈ ਕੀਤਾ, 666.6 kVAR। ਤੋ ਇੱਥੋਂ ਤੱਕ ਤਾਂ ਗੱਲ ਸਮਝ ਆ ਗਈ। ਕੋਈ ਲੋਡ ਜਿਹੜੇ ਮਰਜ਼ੀ ਹੋਣ, ਜਿੰਨਾ ਮਰਜ਼ੀ ਹੋ, ਹਰੇਕ ਲੋਡ ਦੀ ਕਿਲੋਵਾਟ ਪਾਵਰ ਦਿੱਤੀ ਹੋਏਗੀ, ਪਾਵਰ ਫੈਕਟਰ ਦਿੱਤਾ ਹੋਏਗਾ। ਜੇ ਪਾਵਰ ਫੈਕਟਰ ਲੈਗਿੰਗ ਹੈ ਤਾਂ ਉਹਨੂੰ ਪੋਜ਼ਿਟਿਵ ਲਈ ਜਾਣਾ ਹੈ tan phi ਨੂੰ, ਜੇ ਲੀਡਿੰਗ ਹੈ ਤਾਂ ਉਹਨੂੰ ਨੈਗੇਟਿਵ ਲਈ ਜਾਣਾ। ਇਜ਼ ਇਟ ਓਕੇ। ਤਾਂ ਫਿਰ ਉਸ ਤੋਂ ਬਾਅਦ ਅਗਲਾ ਸਟੈਪ ਕੀ ਹੈ ਕਿ ਕਿਲੋਵਾਟ ਵਾਲੇ ਕਾਲਮ ਨੂੰ tan phi ਵਾਲੇ ਕਾਲਮ ਨਾਲ ਮਲਟੀਪਲਾਈ ਕਰਕੇ ਇੱਥੇ ਆਨਸਰ ਲਿਖੀ ਜਾਣਾ। ਰਿਐਕਟਿਵ ਪਾਵਰ ਆ ਗਈ। ਹੁਣ ਟੋਟਲ ਐਕਟਿਵ ਪਾਵਰ ਕਿੰਨੀ ਆਈ ਆ, ਸਾਰੀਆਂ ਚੀਜ਼ਾਂ ਨੂੰ ਜੋੜ ਲੈਣਾ। 500 400 800 500 ਆ PL, ਟੋਟਲ ਇੰਡਸਟਰੀਅਲ ਲੋਡ ਸਾਡੇ ਕੋਲੇ ਆ ਗਿਆ 500 400 800 ਫਿਰ 500 2200 ਕਿਲੋਵਾਟ। ਠੀਕ ਹੈ, ਕੋਈ ਡਾਊਟ ਤਾਂ ਨਹੀਂ ਇੱਥੋਂ ਤੱਕ। ਨੈਕਸਟ ਚਲੀਏ ਆਪਾਂ। ਅੱਛਾ, ਹੁਣ ਆਪਾਂ ਅਗਲਾ ਸਟੈਪ ਕੀ ਕਰਨਾ ਇਹਦਾ, ਇਸੇ ਤਰ੍ਹਾਂ ਰਿਐਕਟਿਵ ਪਾਵਰ ਨੂੰ ਟੋਟਲ ਕਰਨਾ ਹੈ। ਰਿਐਕਟਿਵ ਪਾਵਰ ਵਾਲਾ ਕਾਲਮ ਜੇ ਆਪਾਂ ਪਿਛਲੇ ਪਾਸੇ ਜਾ ਕੇ ਦੇਖੀਏ, ਪਿਛਲੀ ਸਲਾਈਡ ਤੇ ਹੀ, ਰਿਐਕਟਿਵ ਪਾਵਰ ਕਿਹੜੀਆਂ ਨੇ, 0 ਹੈ, 400 ਹੈ, ਫਿਰ -600 ਹੈ, ਫਿਰ 666.6 kVAR। ਠੀਕ ਹੈ, ਤਾਂ ਇਹਦੇ ਚੋਂ ਦੇਖੋ 666 ਚੋਂ ਮਾਈਨਸ ਵਾਲੇ 600 ਕੱਢ ਦਈਏ, 66.6 ਰਹਿ ਗਈ। ਤਾਂ 400 ਉਹਦੇ 'ਚ ਹੋਰ ਐਡ ਹੋਣਾ, 466.6 ਬਣ ਜਾਏਗੀ ਟੋਟਲ। ਇਹ ਆਪਾਂ ਹੁਣ ਅਗਲੇ ਪੇਜ ਤੇ ਜਾ ਕੇ ਦੇਖਦੇ ਹਾਂ।
ਆ ਬਣ ਗਈ ਸਾਡੀ 466.6 मतलब लास्ट चौथा ਜਿਹੜਾ ਕਾਲਮ ਹੈ ਉਹਦਾ ਆਪਾਂ ਨੇ ਸਮ ਕਰ ਲੈਣਾ। ਪਰ ਪਲੱਸ ਮਾਈਨਸ ਵਾਲੀਆਂ ਚੀਜ਼ਾਂ ਦਾ ਧਿਆਨ ਰੱਖਣਾ, ਮਾਈਨਸ ਵਾਲੇ ਨੂੰ ਮਾਈਨਸ ਹੀ ਗਿਣਨਾ। ਜਿਵੇਂ ਆ 600 ਤੇ 400 ਨੂੰ ਐਡ ਕਰਕੇ 666 ਤੇ 400 ਨੂੰ ਫਿਰ ਉਹਦੇ ਚੋਂ ਆ ਮਾਈਨਸ ਕਰ ਦਾਂਗੇ ਤਾਂ ਇੰਨਾ ਆਨਸਰ ਆ ਜਾਏਗਾ। ਸਾਈਨ ਦਾ ਧਿਆਨ ਰੱਖਣਾ, ਪੋਜ਼ਿਟਿਵ ਹੈ ਕਿ ਨੈਗੇਟਿਵ ਹੈ। ਠੀਕ ਹੈ। ਹੁਣ ਇਨਪੁਟ ਪਾਵਰ ਟੂ ਮੋਟਰ ਫਾਰਮੂਲਾ ਇਹ ਧਿਆਨ ਨਾਲ ਦੇਖੋ, ਇੱਥੇ ਨਵੀਂ ਚੀਜ਼ ਆਈ ਹੈ। ਇਨਪੁਟ ਪਾਵਰ ਟੂ ਮੋਟਰ ਆਊਟਪੁੱਟ ਪਾਵਰ ਓਵਰ ਐਫੀਸ਼ੀਐਂਸੀ। ਇਹ ਫਾਰਮੂਲਾ ਹੁੰਦਾ ਨਾ, ਐਫੀਸ਼ੀਐਂਸੀ ਹੁੰਦੀ ਆਊਟਪੁੱਟ ਓਵਰ ਇਨਪੁੱਟ। ਆਪਾਂ ਉੱਥੋਂ ਲਿਖ ਲਿਆ ਇਨਪੁੱਟ ਪਾਵਰ ਇਜ਼ ਇਕੁਅਲ ਟੂ ਆਊਟਪੁੱਟ ਡਿਵਾਈਡ ਬਾਈ ਐਫੀਸ਼ੀਐਂਸੀ। ਆਊਟਪੁੱਟ ਆਪਾਂ ਨੂੰ 540 ਕਿਲੋਵਾਟ ਦਿੱਤਾ ਹੋਇਆ ਮੋਟਰ ਦਾ। ਆ ਦੇਖੋ ਉੱਪਰ ਸਟੇਟਮੈਂਟ। ਐਫੀਸ਼ੀਐਂਸੀ ਦਿੱਤੀ ਹੈ 90%। ਕਿਸ ਤਰ੍ਹਾਂ ਲੈਣੇ ਫਾਰਮੂਲੇ 'ਚ ਉਹਨੂੰ 0.9 ਡਿਵਾਈਡ ਕਰਤਾ ਤਾਂ ਸਾਡੇ ਕੋਲ ਇਹ 600 ਕਿਲੋਵਾਟ ਆ ਗਿਆ। एक मिनट जरा होल्ड रखो, मैं स्क्रीनशॉट लाऊं। ਆਊਟਪੁੱਟ ਓਵਰ ਇਨਪੁੱਟ ਸਾਡੇ ਕੋਲੇ 0.9 ਨਾਲ ਡਿਵਾਈਡ ਕੀਤਾ ਤਾਂ 600 ਕਿਲੋਵਾਟ ਆ ਗਿਆ। ਇਹ ਮੋਟਰ ਦੀ ਇਨਪੁੱਟ ਪਾਵਰ ਆ ਗਈ, ਐਕਟਿਵ ਪਾਵਰ। ਪਾਵਰ ਜਾ ਕਹੀਏ ਐਕਟਿਵ ਪਾਵਰ ਆਫ ਮੋਟਰ, ਜਿਹੜੀ ਕਿਲੋਵਾਟ ਜਿਹਦੇ ਯੂਨਿਟ ਹੁੰਦੇ ਨੇ। ਹੁਣ ਆਪਾਂ ਨੇ ਕੱਢਣੀ ਹੈ ਰਿਐਕਟਿਵ ਪਾਵਰ ਮੋਟਰ ਦੀ। ਟੋਟਲ ਰਿਐਕਟਿਵ ਪਾਵਰ ਕਿੰਨੀ ਹੈ 466.6। ਅਸੀਂ ਪਾਵਰ ਫੈਕਟਰ ਕਿੰਨਾ ਬਣਾਉਣਾ ਹੈ, ਓਵਰਆਲ ਪਾਵਰ ਫੈਕਟਰ ਇੰਪਰੂਵ ਕਰਨਾ ਯੂਨਿਟੀ ਤੇ। ਇਹਦਾ ਮਤਲਬ ਆ ਸਾਰੇ ਦੇ ਸਾਰੇ ਜਿਹੜੇ ਲੈਗਿੰਗ KVAR ਨੇ ਇੰਨੇ ਸਾਨੂੰ ਲੀਡਿੰਗ ਚਾਹੀਦੇ ਨੇ, ਤਾਂ ਕੁੱਲ ਮਿਲਾ ਕੇ ਪੋਜ਼ਿਟਿਵ ਤੇ ਨੈਗੇਟਿਵ ਕੈਂਸਲ ਕਰ ਦੇਣਗੇ, ਜ਼ੀਰੋ ਬਣ ਜਾਏਗਾ। ਹਾਂਜੀ ਠੀਕ ਹੈ। ਮਤਲਬ ਜੇ ਜਿੰਨਾ ਆਪਣੇ ਕੋਲੇ ਲੋਡ ਦੇ KVAR ਨੇ, ਆ ਨੇ ਸਾਡੇ ਕੋਲੇ, ਇਹ ਡਾਊਨਵਰਡ ਹੁੰਦੇ ਨੇ ਨਾ ਲੈਗਿੰਗ ਪਾਵਰ ਫੈਕਟਰ ਵਾਲੇ, ਉਨੇ ਸਾਨੂੰ ਮੋਟਰ ਦੇ ਉੱਪਰਲੇ ਪਾਸੇ ਨੂੰ ਚਾਹੀਦੇ ਨੇ। ਪਰ ਉੱਪਰਲੇ ਪਾਸੇ ਵਾਲਿਆਂ ਨੂੰ ਆਪਾਂ ਨੈਗੇਟਿਵ ਕਹਿੰਦੇ ਹੁੰਦੇ ਆ, ਮਾਈਨਸ ਲੀਡਿੰਗ ਵਾਲਿਆਂ ਨੂੰ। ਤਾਂ ਮੋਟਰ ਦੀ ਫਿਰ ਰਿਐਕਟਿਵ ਪਾਵਰ ਲਿਖੋ, ਇਹ ਲਿਖਿਆ ਨਹੀਂ ਹੋਇਆ ਇੱਥੇ। ਰਿਐਕਟਿਵ ਪਾਵਰ ਆਫ ਮੋਟਰ is equal to minus 466.6 KVAR। इट ओके। तो टोटल रिएक्टिव पावर कितनी बन गई, जीरो, तो ही पावर फैक्टर यूनिटी बनेगा। टोटल एक्टिव पावर कितनी बनी, एक लोड की एक्टिव पावर अपन कैलकुलेट की थी 2200, एक मोटर की एक्टिव पावर है 600, टोटल 2800 ये होगी साडी। ठीक है। हेलो। तो रिएक्टिव पावर साडे कोले टोटल कितनी आनी चाहिए, जीरो हो जाएगी। ठीक है, समझ लगी हुण गल दी, जीरो हो गई। ਤਾਂ ਹੁਣ ਆਪਾਂ ਦੇਖਦੇ ਹਾਂ ਵੀ ਮੋਟਰ ਦਾ ਆਪਾਂ ਨੇ ਕੈਲਕੂਲੇਟ ਕੀ ਕਰਨਾ ਸੀ, ਮੋਟਰ ਦਾ ਪਾਵਰ ਫੈਕਟਰ। ਡਿਟਰਮਿਨ ਪਾਵਰ ਫੈਕਟਰ ਆਫ ਦਾ ਮੋਟਰ, ਇਹ ਆਪਣਾ ਕੁਐਸਚਨ ਹੈ ਅਸਲ ਵਿੱਚ। ਕੋਈ ਪਾਵਰ ਫੈਕਟਰ ਆਪਾਂ ਮੋਟਰ ਦਾ ਕੱਢਣਾ। ਪਾਵਰ ਫੈਕਟਰ ਮੋਟਰ ਦਾ ਕਿੱਦਾਂ ਕੱਢਾਂਗੇ, ਰਿਐਕਟਿਵ ਪਾਵਰ ਆਪਾਂ ਨੇ ਕੱਢ ਲਈ -466.6 KVAR ਮੋਟਰ ਦੀ। ਐਕਟਿਵ ਪਾਵਰ ਕਿੰਨੀ ਹੈ 600 ਕਿਲੋਵਾਟ। ਤਾਂ tan phi ਦਾ ਫਾਰਮੂਲਾ ਕੀ ਹੁੰਦਾ ਹੈ, tan phi m इज PRM ਓਵਰ PM। 466.6 ਬਟੇ 600 ਇਹ ਆ ਗਿਆ ਸਾਡੇ ਕੋਲ, ਇਹ tan phi ਆ ਗਿਆ। ਹੁਣ ਇਹਦਾ ਆਪਾਂ ਨੇ ਕੱਢਣਾ ਕਿ ਪਾਵਰ ਫੈਕਟਰ ਕੀ ਹੁੰਦਾ, cos phi। cos phi m ਹੋ ਗਿਆ cos of tan ਇਨਵਰਸ, ਆ ਇੱਥੇ ਇਕੁਅਲ ਟੂ ਨਹੀਂ ਹੈਗਾ ਸਾਈਨ ਬਈ, ਆਹ ਗਲਤ ਲਿਖਿਆ ਹੋਇਆ, ਇਹਨੂੰ ਇਦਾਂ ਹੀ ਨੋਟ ਨਾ ਕਰ ਲਿਓ, ਤੁਹਾਡੇ ਕੋਲ ਭੇਜਿਆ ਮੈਂ ਡਾਟਾ ਇਹ ਸਾਰਾ। ਆ ਜਿਹੜਾ ਟੈਨ ਹੈ ਇਹ ਇਹਦੇ ਨਾਲ ਇਦਾਂ ਬ੍ਰੈਕਟ ਪਾ ਸਕਦੇ ਹਨ ਹਨਾ, ਆ ਨਹੀਂ ਹੈ, ਇਕੁਅਲ ਟੂ ਨਹੀਂ ਹੈਗਾ ਇੱਥੇ। ਠੀਕ ਹੈ, ਮਤਲਬ ਆਪਾਂ ਨੇ ਟੈਨ ਇਨਵਰਸ ਲੈਣਾ ਹੈ 0.70 ਦਾ ਟੈਨ ਇਨਵਰਸ ਲੈ ਲਿਆ। ਇਹ ਉਹਦਾ ਕੌਸ ਦੇਖ ਲਾਂਗੇ ਕੈਲਕੂਲੇਟਰ ਤੇ, ਤਾਂ ਆਹ ਆਨਸਰ ਆਪਣੇ ਕੋਲੇ ਆ ਜਾਏਗਾ 0.7893 ਲੀਡਿੰਗ ਪਾਵਰ ਫੈਕਟਰ ਹੈ। ਲੀਡਿੰਗ ਕਿਉਂ ਹੈ, ਕਿਉਂਕਿ ਇੱਥੇ ਸਾਈਨ ਕਿਹੜਾ ਹੈ, ਮਾਈਨਸ ਦਾ। ਠੀਕ ਹੈ ਨਾ, ਜਦੋਂ ਮਾਈਨਸ ਦਾ ਅਸੀਂ
ਕੌਸ ਲਵਾਂਗੇ ਤਾਂ ਉਹਨੂੰ ਅਸੀਂ ਲੀਡਿੰਗ ਲਿਖਾਂ, ਇਸ ਕਰਕੇ ਆਨਸਰ ਸਾਡਾ ਲੀਡਿੰਗ। ਇਜ਼ ਇਟ ਓਕੇ? ਤੇ ਮੀਟਿੰਗ ਮੇਰਾ ਖਿਆਲ ਥੋੜਾ ਜਿਹਾ ਦੇਰ ਹੀ ਰਹੇਗੀ, ਆਪਾਂ ਨੂੰ ਇੱਕ ਕੁਐਸਚਨ ਹੋਰ ਹੈ, ਆਪਾਂ ਮੋਟਾ ਡਿਸਕਸ ਕਰ ਲੈਂਦੇ ਹਾਂ ਉਹਨੂੰ ਵੀ। ਇਹਦੇ ਚ ਕੀ ਹੈ, 3 phase synchronous motor takes load of 50 kilowatt is connected in parallel with a factory load of 250 kilowatt। takes load ਦਾ ਮਤਲਬ ਹੈ एक्टिव पावर, ठीक। 250 किलोवाट की है लोड, लोड का पावर फैक्टर 0.8, ओवरऑल पावर फैक्टर है 0.9। ये पहले क्वेश्चन वांग ही है। लीडिंग KVAR सप्लाई टू मोटर कढ़नी है, मोटर की KVAR कढ़नी है ते पावर फैक्टर कढ़ना। ਜਿਹੜਾ ਫਸਟ ਕੁਐਸਚਨ ਕੀਤਾ ਸੀ ਉਹ ਸੇਮ ਹੀ ਹੈ, ਸਿਰਫ ਵੈਲਿਊਜ਼ ਹੀ ਚੇਂਜ ਹੋਈਆਂ, ਨੂੰ ਆਪਣੇ ਆਪ ਸੋਲਵ ਕਰ ਲੈਣ, ਠੀਕ ਹੈ। ਇਹ ਅਸਾਈਨਮੈਂਟ ਨੰਬਰ 3 ਦੇ ਵਿੱਚ ਇਹ ਤਿੰਨੇ ਕੁਐਸਚਨ ਤੁਹਾਡੇ ਕੋਲੇ ਹੈਗੇ ਨੇ। ਅਸਾਈਨਮੈਂਟ ਨੰਬਰ 3 ਦੇ ਵਿੱਚ ਇਹ ਤਿੰਨੋਂ ਕੁਐਸਚਨ ਤੁਹਾਡੇ ਕੋਲੇ ਹੈਗੇ ਨੇ, ਸੋਲੂਸ਼ਨ ਵੀ ਹੈ, ਤਾਂ ਇਹਨੂੰ ਆਪਣੇ ਆਪ ਸੋਲਵ ਕਰਨ ਦੀ ਟਰਾਈ ਕਰਨੀ ਹੈ। ਪਰ ਕਿਉਂਕਿ 2 ਸਮਝ ਲਏ ਹੁਣ ਆਪਾਂ ਨੇ, ਤੀਸਰਾ ਆਪਣੇ ਆਪ ਆ ਜੇ। ਇਹਨਾਂ ਤਿੰਨਾਂ ਤੋਂ ਬਾਹਰ ਤੁਹਾਨੂੰ ਕੋਈ ਐਗਜ਼ਾਮ ਦੇ ਵਿੱਚ ਕੁਐਸਚਨ ਨਹੀਂ ਆਉਂਦਾ। ਇਹੋ ਜਿਹੇ ਆਉਣਗੇ, ਸਿਰਫ ਵੈਲਿਊ ਇੱਥੇ 50 ਕਿਲੋਵਾਟ ਦੀ ਜਗ੍ਹਾ ਤੇ 100 ਕਿਲੋਵਾਟ ਹੋ ਜਾਊਗਾ, ਪਾਵਰ ਫੈਕਟਰ 0.8 ਦੀ ਜਗ੍ਹਾ ਤੇ 0.707 ਹੋ ਜਾਊਗਾ, ਯੂਨਿਟੀ ਹੋ ਜਾਊਗਾ, ਠੀਕ ਹੈ। ਇਹ ਵੈਲਿਊਜ਼ ਹੀ ਚੇਂਜ ਹੋਣੀ, ਸਿਰਫ ਨੂਮੈਰੀਕਲ, ਬਾਕੀ ਮੈਥਡ ਉਹੀ ਰਹੇਗਾ ਕੈਲਕੂਲੇਟ ਕਰਨ ਦਾ, ਰਾਈਟ। ਅੱਛਾ ਬਈ, ਇੱਕ ਗੱਲ ਧਿਆਨ ਨਾਲ ਸੁਣੋ, ਹੁਣ ਤੁਸੀਂ ਜਿਹੜੀਆਂ ਅਸਾਈਨਮੈਂਟ ਸਬਮਿਟ ਕਰਨੀਆਂ ਨੇ ਨਾ, ਕਿਸੇ ਨੇ 2 ਪੇਜ ਦੀ ਇਕੱਠੀ ਫੋਟੋ ਨਹੀਂ ਖਿੱਚਣੀ। ਵੈਸੇ ਬੈਟਰ ਹੈ ਜਿਨ੍ਹਾਂ ਕੋਲੇ ਅਡੋਬ ਸਕੈਨਰ ਹੈ, ਸਕੈਨ ਕਰਕੇ ਪਾਓ ਤਾਂ ਉਹ ਰੀਡੇਬਲ ਹੁੰਦਾ, ਜ਼ਿਆਦਾ ਵਧੀਆ। ਔਰ ਕੱਲੇ ਕੱਲੇ ਪੇਜ ਦੀ ਆਉਣੀ ਚਾਹੀਦੀ ਹੈ, ਹਰ ਪੇਜ ਤੇ ਰੋਲ ਨੰਬਰ, ਹਰ ਪੇਜ ਦੇ ਨੀਚੇ ਸਾਈਨ। ਸਮਝ ਲਓ ਇਸ ਗੱਲ ਨੂੰ ਧਿਆਨ ਨਾਲ, ਠੀਕ ਹੈ। ਜਿਸ ਤਰ੍ਹਾਂ ਟੈਸਟ ਦੀਆਂ ਇੰਸਟਰਕਸ਼ਨ ਨੇ ਨਾ, ਸੇਮ ਅਸਾਈਨਮੈਂਟ ਦੀਆਂ ਵੀ ਨੇ, ਪਰ ਉੱਥੇ ਮੈਂ ਵਾਈਟ ਪੇਪਰ ਲਿਖਿਆ, ਪਰ ਜ਼ਰੂਰੀ ਨਹੀਂ ਤੁਸੀਂ ਆਪਣੀ ਕਾਪੀ 'ਚ ਬਣਾਉਣੀ ਹੈ, ਕਾਪੀ 'ਚ ਵੀ ਬਣਾ ਲਿਓ, ਕੋਈ ਗੱਲ ਨਹੀਂ। ਅਸਾਈਨਮੈਂਟ ਆਪਣੀਆਂ ਬੇਸ਼ੱਕ ਆਪਣੀ ਕਾਪੀ 'ਚ ਵੀ ਬਣਾਉਂਦੇ ਰਹੋ, ਕੋਈ ਦਿੱਕਤ ਨਹੀਂ, ਲੇਕਿਨ ਉਹਦਾ ਜਿਹੜਾ ਮੈਥਡ ਹੈ ਉਹ ਟੈਸਟ ਵਾਲਾ ਹੀ ਰੱਖਣਾ ਹੈ ਕਿ ਹਰ ਪੇਜ ਦੀ ਇੰਡੀਪੈਂਡੈਂਟ ਫੋਟੋ ਖਿੱਚਣੀ ਹੈ, 2-2 ਪੇਜ ਇਕੱਠੇ ਨਹੀਂ ਖਿੱਚਣੇ, ਉਹ ਪੜ੍ਹ ਨਹੀਂ ਹੁੰਦਾ, ਫਿਰ ਰੀਡੇਬਲ ਨਹੀਂ ਹੁੰਦਾ, ਠੀਕ। ਔਰ ਇੱਕ ਵਾਰੀ ਸੈਂਡ ਕਰਨ ਤੋਂ ਪਹਿਲਾਂ PDF ਫਾਈਲ ਉਹਨੂੰ ਚੈੱਕ ਕਰ ਲੈਣਾ, ਖੋਲ ਕੇ PDF ਨੂੰ, ਵੀ ਉਹ ਪੜ੍ਹ ਹੁੰਦਾ ਸਹੀ, ਠੀਕ। ਤੇ ਹਰੇਕ ਪੇਜ ਤੇ ਰੋਲ ਨੰਬਰ ਤੇ ਆਪਣੇ ਸਾਈਨ ਹੈਗੇ ਨੇ, ਇਹ ਚੈੱਕ ਕਰਨਾ ਜ਼ਰੂਰੀ ਹੈ ਸਬਮਿਟ ਕਰਨ ਤੋਂ ਪਹਿਲਾਂ, ਓਕੇ। ਟੈਸਟ ਲਈ ਤਿਆਰੀ ਸ਼ੁਰੂ ਕਰ ਲਓ ਹੁਣ, ਨਾਲ ਨਾਲ ਅਸਾਈਨਮੈਂਟ ਬਣਾ ਲਓ, ਨਾਲ ਟੈਸਟ ਦੀ ਤਿਆਰੀ ਹੋ ਜਾਏਗੀ। ਦੂਜੀ ਤੀਜੀ ਅਸਾਈਨਮੈਂਟ ਹੀ ਤੁਹਾਡਾ ਸਿਲੇਬਸ ਹੈ, ਲਿਖਿਆ ਸੀ ਮੈਂ ਵਿੱਚ ਗਰੁੱਪ 'ਚ, ਤਾਂ ਇਹਨਾਂ ਦੀ ਤਿਆਰੀ ਸ਼ੁਰੂ ਕਰ ਲਓ। ਹਾਂਜੀ, ਫਿਰ ਤੁਸੀਂ ਟੈਸਟ ਕਿਵੇਂ ਦਿਓਗੇ? ਮੇਰੀ ਗੱਲ ਸੁਣੋ, ਤੁਸੀਂ ਫਰਾਈਡੇ ਤੁਹਾਨੂੰ ਛੁੱਟੀ ਹੈ, ਸੈਟਰਡੇ ਛੁੱਟੀ ਹੈ, ਸੰਡੇ ਛੁੱਟੀ ਹੈ, 3 ਛੁੱਟੀਆਂ ਨੇ। ਕੋਈ ਗੱਲ ਨਹੀਂ, ਵਿੱਚੇ ਕਰ ਲਓ, ਜੇ ਕੋਈ ਕਿਸੇ ਦਾ ਰਹਿ ਜਾਊਗਾ ਇੱਕ ਅੱਧੇ ਦਾ ਬਾਅਦ ਸੋਚ ਲਾਂਗੇ, ਪਰ ਸਾਰਿਆਂ ਨੂੰ ਨਹੀਂ, ਸਾਰੇ ਜਾਣੇ ਸਬਮਿਟ ਉਦੋਂ ਨਹੀਂ ਕਰੋ, ਕਿਸੇ ਦੀ ਐਕਸੈਪਸ਼ਨ ਹੋਏਗੀ ਉਹ ਬਾਅਦ ਦੇਖ ਲਾਂਗੇ, ਠੀਕ ਹੈ। ਚਲੋ ਠੀਕ ਹੈ, ਫਿਰ ਅੱਜ ਲਈ ਇੰਨਾ ਕਾਫੀ ਹੈ, ਓਕੇ।